Hello students, welcome to our channel Learning Curve. Learn today for a better tomorrow. अपने लास्ट वीक 2 ਲੈਕਚਰਸ ਹੋ ਗਏ ਸੀ ਅਕਾਊਂਟਸ ਦੇ ਤਾਂ ਅੱਜ ਆਪਾਂ ਲੈਕਚਰ 3rd ਸਟਾਰਟ ਕਰਾਂਗੇ। ਜੋ ਵੀ ਮੌਕ ਟੈਸਟ ਆਇਆ ਸੀ ਸੈਟਰਡੇ ਨੂੰ ਆਈ ਹੋਪ ਕਿ ਸਭ ਦੇ ਕੁਐਸਚਨਸ ਸਾਰੇ ਕਰੈਕਟ ਹੋਏ ਹੋਣਗੇ, ਸਭ ਨੂੰ ਮੌਕ ਟੈਸਟ ਆਂਦਾ ਹੋਏਗਾ। ਕੁਝ ਸਟੂਡੈਂਟ ਜੇ ਕਿਸੇ ਸਟੂਡੈਂਟ ਦੀ ਕੋਈ ਕੁਐਰੀ ਹੈ ਤੇ ਉਹ ਕਮੈਂਟ ਬਾਕਸ 'ਚ ਆਪਣੀ ਕੁਐਰੀ ਲਿਖ ਸਕਦਾ ਹੈ ਤੇ ਮੈਂ ਪੂਰੀ ਟਰਾਈ ਕਰਾਂਗੀ ਕਿ ਅਸੀਂ ਤੁਹਾਡੇ ਕੁਐਰੀ ਦਾ ਆਨਸਰ ਦਈਏ। ਆਪਾਂ ਇੱਕ ਵਾਰੀ ਮੌਕ ਟੈਸਟ ਦੇ ਕੁਐਸਚਨਸ ਆਪਾਂ ਡਿਸਕਸ ਕਰ ਲੈਂਦੇ ਹਾਂ ਪਹਿਲੇ, ਨੈਕਸਟ ਆਪਾਂ ਦੈਨ ਉਸ ਤੋਂ ਬਾਅਦ ਆਪਾਂ ਮੂਵ ਕਰਾਂਗੇ ਕੁਝ ਨਿਊਮੈਰੀਕਲਸ 'ਤੇ। ਸਭ ਤੋਂ ਫਸਟ ਕੁਐਸਚਨ ਸੀ ਕੁਐਸਚਨ ਨੰਬਰ 1 ਅਕਾਊਂਟਿੰਗ ਟੇਕਸ ਇਨਟੂ ਅਕਾਊਂਟ only monetary transactions, only non-monetary transactions, both A and B and none of these. ਅਕਾਊਂਟਿੰਗ ਸਭ ਤੋਂ ਪਹਿਲਾਂ ਜਦੋਂ ਆਪਾਂ ਲੈਕਚਰ ਸਟਾਰਟ ਕੀਤਾ ਸੀ ਆਪਾਂ ਇਹੀ ਡਿਸਕਸ ਕੀਤਾ ਸੀ ਅਕਾਊਂਟਿੰਗ ਕੀ ਹੁੰਦਾ ਜਿਹਨੂੰ ਆਪਾਂ ਇਨ ਟਰਮਸ ਆਫ ਮਨੀ ਡਿਸਕ੍ਰਾਈਬ ਕਰ ਸਕੀਏ। ਸੋ ਇਹਦਾ ਆਨਸਰ ਕੁਐਸਚਨ ਨੰਬਰ 66 ਦਾ ਆਨਸਰ ਹੋਣਾ ਚਾਹੀਦਾ ਸੀ ਓਨਲੀ ਮੋਨੇਟਰੀ ਟ੍ਰਾਂਜੈਕਸ਼ਨਸ। ਨੈਕਸਟ ਕੁਐਸਚਨ ਸੀ ਗੁੱਡਵਿਲ ਇਜ਼, ਜਦੋਂ ਆਪਾਂ ਐਸੈਟ ਆਪਾਂ ਟੌਪਿਕ ਕੀਤਾ ਸੀ ਉਦੋਂ ਤੁਹਾਨੂੰ ਦੱਸਿਆ ਸੀ ਐਸੈਟ ਕਿਹੜੇ ਟਾਈਪਸ ਦੇ ਹੁੰਦੇ ਆ, ਫਿਕਸਡ ਐਸੈਟਸ, ਕਰੰਟ ਐਸੈਟਸ। ਫਿਕਸਡ ਐਸੈਟਸ ਦੇ ਅੱਗੇ ਆਪਾਂ ਪੜ੍ਹਿਆ ਸੀ ਟੈਂਜੀਬਲ ਐਸੈਟਸ ਐਂਡ ਇਨਟੈਂਜੀਬਲ ਐਸੈਟਸ। ਸੋ ਗੁੱਡਵਿਲ ਕੀ ਹੈ ਆਪਣਾ ਇਨਟੈਂਜੀਬਲ ਐਸੈਟਸ। ਬਿਕੋਜ਼ ਗੁੱਡਵਿਲ ਨੂੰ ਆਪਾਂ ਦੇਖ ਨਹੀਂ ਸਕਦੇ, ਆਪਾਂ ਨੂੰ ਟੱਚ ਨਹੀਂ ਕਰ ਸਕਦੇ। Next question, the assets that can be converted into cash within a short period within 1 year are known as, ਜਿਹੜੇ assets ਇੱਕ ਈਅਰ ਦੇ ਅੰਦਰ ਕੈਸ਼ 'ਚ ਕਨਵਰਟ ਹੋ ਜਾਂਦੇ ਆਪਾਂ ਉਹਨੂੰ ਕੀ ਕਹਿੰਦੇ ਆ ਕਰੰਟ ਐਸੈਟਸ। ਨੈਕਸਟ the sale income of a business during a given period is called, ਜੋ ਆਪਾਂ ਸੇਲ ਦਾ ਟੌਪਿਕ ਆਪਾਂ ਡੈਫੀਨੇਸ਼ਨ ਕੀਤੀ ਸੀ ਆਪਾਂ ਮੈਂ ਕਿਹਾ ਸੀ ਕਿ ਸੇਲ ਨੂੰ ਆਪਾਂ ਕੀ ਕਹਿੰਦੇ ਆ ਟਰਨਓਵਰ। ਨੈਕਸਟ the account that records expenses, gains and losses, ਜੋ ਆਪਾਂ ਅਕਾਊਂਟ ਵਾਲਾ ਟੌਪਿਕ ਕੀਤਾ ਸੀ ਆਪਾਂ ਪੜ੍ਹਿਆ ਸੀ ਅਕਾਊਂਟ 3 ਤਰ੍ਹਾਂ ਦੇ ਹੁੰਦੇ ਆ ਪਰਸਨਲ, ਰੀਅਲ ਐਂਡ ਨੋਮੀਨਲ। ਨੋਮੀਨਲ 'ਚ ਕੀ ਆਉਂਦਾ ਆਪਣੇ ਖਰਚੇ ਤੇ ਆਪਣੀ ਇਨਕਮ, ਸੋ ਇਹ ਕਿਹੜਾ ਆ ਜਾਏਗਾ ਨੋਮੀਨਲ ਅਕਾਊਂਟ। ਨੈਕਸਟ ਰੀਅਲ ਅਕਾਊਂਟ ਰਿਕਾਰਡਸ, ਰੀਅਲ ਅਕਾਊਂਟ ਕੀ ਆਪਾਂ ਰਿਕਾਰਡ ਕਰਦੇ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਡੀਲਿੰਗ ਇਨ ਪ੍ਰੋਪਰਟੀਜ਼ ਲਾਈਕ ਫਰਨੀਚਰ, ਬਿਲਡਿੰਗ, ਮਸ਼ੀਨਰੀ, ਇਹ ਆਉਂਦਾ ਰੀਅਲ ਅਕਾਊਂਟ 'ਚ। ਨੈਕਸਟ ਵਿਚ ਆਫ ਦ ਫੋਲੋਇੰਗ ਇਜ਼ ਅ ਕਰੰਟ ਲਾਇਬਿਲਿਟੀ, ਕਰੰਟ ਲਾਇਬਿਲਿਟੀ ਕਿਹੜੀ ਹੁੰਦੀ ਹੈ ਜਿਹੜੀ ਆਪਾਂ 1 ਸਾਲ ਦੇ ਅੰਦਰ ਆਪਾਂ ਪੇ ਬੈਕ ਕਰਨੀ ਹੁੰਦੀ ਹੈ। ਇਹਦਾ ਆਨਸਰ ਸੀ ਕ੍ਰੈਡੀਟਰਸ। ਕ੍ਰੈਡੀਟਰਸ ਕੌਣ ਹੁੰਦੇ ਆ ਆਪਾਂ ਡਿਸਕਸ ਕੀਤਾ ਸੀ ਜਿਹਨਾਂ ਨੂੰ ਆਪਾਂ ਪੈਸੇ ਦੇਣੇ ਹੁੰਦੇ ਆ। ਨੈਕਸਟ ਕੁਐਸਚਨ ਨੰਬਰ 73 ਡੈਸ਼ ਇਜ਼ ਦ ਵਿਡਰੋਲ ਆਫ ਕੈਸ਼ ਐਂਡ ਗੁਡਸ ਬਾਈ ਦ ਓਨਰ ਆਫ ਅ ਬਿਜ਼ਨਸ, ਜਦੋਂ ਇੱਕ ਪਰਸਨ ਆਪਣੇ ਬਿਜ਼ਨਸ 'ਚੋਂ ਕੈਸ਼ ਜਾਂ ਗੁਡਸ ਕੱਢਦਾ ਆਪਾਂ ਉਸ ਟਰਮ ਨੂੰ ਕੀ ਕਹਿੰਦੇ ਆ ਡਰਾਇੰਗਸ। ਨੈਕਸਟ ਗੁਡਸ ਰਿਟਰਨਡ ਬਾਈ ਅ ਕਸਟਮਰ ਇਜ਼ ਕਾਲਡ, ਜਦੋਂ ਕੋਈ ਕਸਟਮਰ ਆਪਾਂ ਨੂੰ ਗੁਡਸ ਵਾਪਸ ਦੇ ਦਿੰਦਾ ਆਪਾਂ ਉਸ ਟਰਮ ਨੂੰ ਕੀ ਕਹਿੰਦੇ ਆ ਸੇਲ ਰਿਟਰਨ। ਨੈਕਸਟ ਵਿਚ ਆਫ ਦ ਫੋਲੋਇੰਗ ਇਜ਼ ਅ ਪਰਸਨਲ ਅਕਾਊਂਟ, ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਆਪਸ਼ਨਸ ਆਏ ਸੀ ਇਹਨਾਂ 'ਚੋਂ ਆਪਾਂ ਪਰਸਨਲ ਅਕਾਊਂਟ ਫਾਈਂਡ ਆਊਟ ਕਰਨਾ ਸੀ। ਇਹਦਾ ਆਨਸਰ ਸੀ ਅਭਿਸ਼ੇਕ ਅਕਾਊਂਟ। ਨੈਕਸਟ ਕੁਐਸਚਨ ਹੈ ਆਪਣਾ ਵਿਚ ਆਫ ਦ ਫੋਲੋਇੰਗ ਕੈਨ ਬੀ ਰਿਗਾਰਡਡ ਐਜ਼ ਅ ਕੈਪੀਟਲ ਰਿਸੀਟਸ। ਕੈਪੀਟਲ ਰਿਸੀਟਸ ਆਪਾਂ ਡਿਸਕਸ ਕੀਤੀਆਂ ਸੀ, ਉਹ ਰਿਸੀਟਸ ਜਿਹੜੀ ਨਾਨ ਰਿਕਰਿੰਗ ਹੈ ਆਪਾਂ ਹਰ ਸਾਲ ਨਹੀਂ ਕਰਦੇ, ਆਪਾਂ ਯੂਜੂਲੀ ਇਹ ਨਹੀਂ ਆਪਾਂ 1 ਮੰਥ ਕੀਤੀ ਨੈਕਸਟ ਮੰਥ ਫਿਰ ਕਰਾਂਗੇ, ਨੈਕਸਟ ਮੰਥ ਫਿਰ ਕਰਾਂਗੇ, ਇਹ ਨਹੀਂ ਹੈ। ਇਹਦਾ ਆਨਸਰ ਆਉਣਾ ਸੀ ਸੇਲ ਆਫ ਬਿਲਡਿੰਗ।
नेक्स्ट क्वेश्चन, विच ऑफ द फॉलोइंग इज नॉट द इंटरनल यूजर्स ऑफ द अकाउंटिंग इन्फॉर्मेशन. अकाउंटिंग इन्फॉर्मेशन द इंटरनल यूजर्स कौन नहीं है? इन द आंसर सी क्रेडिटर्स, बिकॉज क्रेडिटर्स अपने बिजनेस दे बाहर वाले बंदे हैं. नेक्स्ट 78, an amount invested by a person to start a business is called capital. Next, a person who takes initiative to start a business is called proprietor. विच ऑफ द फॉलोइंग इज नॉन करंट लाइबिलिटी. नॉन करंट लाइबिलिटी किहड़ी हुंदी है? जिहड़ी आपां 1 साल तो बाद तक आपां रीपे करनी हुंदी है. आंसर सी बैंक लोन. जे हजे भी किसी स्टूडेंट की जे कोई क्वेरी है तो वो अपनी क्वेरी कमेंट बॉक्स लिख के दस सकता है. अज आप स्टार्ट करांगे कुछ न्यूमेरिकल्स, कुछ सम सॉल्व करांगे आपां. ਆਪਾਂ ਲੋਅਰ ਕਲਾਸਿਸ 'ਚ ਡਿਸਕਸ ਕੀਤਾ ਹੁੰਦਾ ਹੈ ਕਿ ਆਪਾਂ ਟੌਪਿਕ ਕੀਤਾ ਨਾ ਪ੍ਰੋਫਿਟ ਐਂਡ ਲਾਸ. ਲੋਅਰ ਕਲਾਸਿਸ 'ਚ ਆਪਾਂ ਕਰਦੇ ਹਾਂ ਪ੍ਰੋਫਿਟ ਐਂਡ ਲਾਸ. ਸਭ ਨੇ ਕੀਤਾ ਹੁੰਦਾ ਹੈ. ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ. A shopkeeper purchased 20 pens for ₹100 and sold them at a profit of 10%. शॉपकीपर ने कुछ 20 पेन्स खरीदे 100 रुपीज़ दे, तो उन्हें अगे सेल किए एट अ प्रॉफिट ऑफ 10%. अपना फॉर्मूला की होंदा है? कॉस्ट प्राइस प्लस प्रॉफिट इज इक्वल्स टू सेल प्राइस. कॉस्ट प्राइस की है 100, प्रॉफिट कितना 10%. 100 का आप 10% करांगे वो बन जाएगा 10. सेल प्राइस कितना हो जाएगा 110. बट जब आप इन अकाउंटिंग आप अकाउंट्स देखिए तो कॉस्ट विच ही बहुत कुछ इनकलूड होंदा है. ये तो आप सब ने किया ही होंदा है लोअर क्लासेस. हुण आप करांगे इन टर्म्स ऑफ अकाउंट्स अपनी कॉस्ट है वो आप किवें फाइंड करांगे. ये अपना ये टर्म है कॉस्ट ऑफ गुड्स सोल्ड. कॉस्ट ऑफ गुड्स सोल्ड ये इनका एक आप फॉर्मूला करांगे. वो फॉर्मूला बहुत इंपॉर्टेंट है, हर जगह यूज़ होता है. तुसीं इनू नोट कर लेना. इनका फॉर्मूला की है? सब तो पहले इनका आंदा है ओपनिंग स्टॉक. ओपनिंग स्टॉक प्लस परचेजेस प्लस डायरेक्ट एक्सपेंसेस माइनस क्लोजिंग स्टॉक. पेपर च कई बार डायरैक्ट क्वेश्चन आ जाता है कि अपन नूं सारी टर्म्स दित्तियां होंदियां ते आपां कॉस्ट लिखिया होंदा फाइंड द कॉस्ट ऑफ गुड्स सोल्ड. कॉस्ट ऑफ गुड्स सोल्ड का फॉर्मूला है ओपनिंग स्टॉक प्लस परचेजेस प्लस डायरैक्ट एक्सपेंसिस माइनस क्लोजिंग स्टॉक. हुण ओपनिंग स्टॉक जो आप पहले लास्ट लैक्चर्स में आप टर्म्स डिस्क्राइब कीतियां सी आप जो भी अपने को समान अपने को ईयर की स्टार्टिंग च पिया होंदा. लाइक नॉर्मली ईयर स्टार्ट होंदा है जो बिजनेस करते हैं अपना बिजनेस ईयर स्टार्ट करते हैं 1 अप्रैल तो 1 अप्रैल अपना उन्होंने क्लोजिंग स्टॉक जो उन्होंने 31 नैक्सट ईयर जो उन्होंने को 31 मार्च नू जो उन्होंने को पिया होंदा स्टॉक उन्होंने आप कहने क्लोजिंग स्टॉक. परचेजेस की होंदा है जो पूरे साल के अंदर अंदर जो भी वो समान खरीदते हैं अगे फर्दर रीसेल करने लिए आप कहने परचेजेस. नाउ
डायरैक्ट एक्सपेंसिस की होंगे, पहले तुसीं ये फॉर्मूला नोट कर लो, फिर आप डिस्कस करते हैं कि डायरैक्ट एक्सपेंसिस किहड़े होंगे। आप एक एग्जाम्पल ना समझेंगे कि डायरैक्ट एक्सपेंसिस किहड़े होंगे। लाइक अपनी जिहड़ा अपना बिजनेस है वो अपना हैगा सिटी एज, अपना जो आप एग्जाम्पल लेने अपना गारमेंट्स का बिजनेस है, अपना बिजनेस है सिटी एज आप समान मंगवाया जो अपना गारमेंट्स है ना, कुछ भी जो समान है आप मंगवाया सिटी बी तो हुण समान आएगा सिटी बी तो सिटी एच जो समान आएगा विच इस पॉइंट तो इस पॉइंट के विचकार जिन्ने भी खर्चे होंगे आप उन्होंने कहने डायरैक्ट एक्सपेंसिस। जिवें एग्जाम्पल कैरेज इनवर्ड, फ्रेट, ऑक्ट्रॉय, कस्टम ड्यूटी, ये सारे की है अपने डायरैक्ट एक्सपेंसिस। जो भी खर्चे अपने सिटी बी तो सिटी ए आने विच लगणगे वो आप खर्चे कह देने डायरैक्ट एक्सपेंसिस। सिर्फ आप इसके नेम याद रखने हैं, सिर्फ आलमोस्ट यही होंगे डायरैक्ट एक्सपेंसिस। इत्थे आप लिखा कैरेज इनवर्ड, जे इत्थे लिखा कैरेज आउटवर्ड आप उन्होंने डायरैक्ट एक्सपेंसिस च काउंट नहीं करांगे, सिर्फ कैरेज इनवर्ड नूं आप डायरैक्ट एक्सपेंसिस च आप काउंट करांगे। ये तुसीं नोट कर लो, फिर आप आगे चलते हैं। कॉस्ट ऑफ गुड सोल्ड होंगे जो आप चीज़ां खरीद आप अगे सेल करनी है या आप सेल कीतियां उनकी आपां नूं किन्नी वो चीज़ आपां नूं किन्ने दी पई है, वो होंदा कॉस्ट ऑफ गुड सोल्ड। ये फॉर्मूला आ गया कॉस्ट ऑफ गुड सोल्ड प्लस ग्रॉस प्रॉफिट इज इक्वल्स टू सेल्स। जिवें आप जब फर्स्ट एग्जाम्पल ली सी उदों आप कॉस्ट प्लस प्रॉफिट इक्वल्स टू सैलिंग प्राइस आ गया सी, बिल्कुल सेम उवें ही है। कॉस्ट ऑफ गुड सोल्ड प्लस ग्रॉस प्रॉफिट इज इक्वल्स टू सेल्स। आप कॉस्ट ऑफ गुड्स सोल्ड विच आप अपना प्रॉफिट ऐड करांगे तो वो बन जाएगी अपनी सेल्स। एक आ फॉर्मूला है इस सैकेंड फॉर्मूला, फर्स्ट फॉर्मूला अपना जो आप फर्स्टली किया सी वो अपना फर्स्ट फॉर्मूला सी, ये सैकेंड फॉर्मूला। थर्ड फॉर्मूला की है अपना नेट प्रॉफिट। नेट प्रॉफिट की होंगे अपना ग्रॉस प्रॉफिट माइनस एक्सपेंसेस ऑफ डूइंग बिजनेस। ग्रॉस प्रॉफिट माइनस एक्सपेंसिस ऑफ डूइंग बिजनेस। एक्सपेंसिस ऑफ डूइंग बिजनेस का दूसरा नाम की है इनडायरैक्ट एक्सपेंसिस। इनू इनडायरैक्ट एक्सपेंसिस भी कह देंगे हैं। इनडायरैक्ट एक्सपेंसिस किवें लाइक आप जिस बिल्डिंग च आप अपना बिजनेस कर रहे हैं उनका रेंट है, रेंट ऑफ बिल्डिंग या शॉप, आप कुछ स्टाफ रखे होंगे, कुछ वर्कर्स रखे होंगे, उन्होंने सैलरी देनी, सैलरी वेजेस। आप अपने बिजनेस की प्रमोशन लिए आप एडवरटाइजमेंट करते हैं।
ਆਪਾਂ ਕਈ ਵਾਰ ਕੁਛ ਕਿਸੇ ਪਰਸਨ ਤੋਂ ਜਾਂ ਕਿਸੇ ਬੈਂਕ ਤੋਂ ਆਪਾਂ ਇੰਟਰਸਟ ਲਿਆ ਹੁੰਦਾ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਲਈ, ਉਹਦਾ ਇੰਟਰਸਟ ਦੇਣਾ, interest paid, commission paid, ਇਹ ਆਪਣੇ ਹੈਗੇ ਇਨਡਾਇਰੈਕਟ ਐਕਸਪੈਂਸਿਸ। ਜੇ ਆਪਣੀ ਕੋਈ ਇਨਡਾਇਰੈਕਟ ਇਨਕਮ ਵੀ ਹੋਏਗੀ, ਜੇ ਆਪਣੀ ਕੁਛ ਜਿਵੇਂ ਇਹ ਹੈ ਆਪਣੇ ਇਨਡਾਇਰੈਕਟ ਐਕਸਪੈਂਸਿਸ, ਜੇ ਆਪਣੀ ਕੁਝ ਕੋਈ ਇਨਡਾਇਰੈਕਟ ਇਨਕਮ ਹੋਏਗੀ ਆਪਾਂ ਉਹਨੂੰ ਗ੍ਰੋਸ ਪ੍ਰੋਫਿਟ 'ਚ ਐਡ ਕਰਾਂਗੇ। ਇਨਡਾਇਰੈਕਟ ਇਨਕਮ ਇੱਕ ਬਿਜ਼ਨਸ ਦੀ ਡਾਇਰੈਕਟ ਇਨਕਮ ਹੁੰਦੀ ਹੈ ਸਿਰਫ ਸੇਲਸ ਤੋਂ, ਜੀ ਬਾਕੀ ਜੋ ਵੀ ਬਿਜ਼ਨਸ ਰਿਸੀਵ ਕਰਦਾ ਇਨਕਮ ਹੁੰਦੀ ਹੈ ਉਹ ਹੁੰਦੀ ਹੈ ਇਨਡਾਇਰੈਕਟ ਇਨਕਮ। ਇਨਡਾਇਰੈਕਟ ਇਨਕਮ ਲਾਈਕ ਆਪਣੇ ਕੋਲ ਕੋਈ ਬਿਲਡਿੰਗ ਪਈ ਹੈ, ਆਪਾਂ ਕਿਸੇ ਨੂੰ ਰੈਂਟ 'ਤੇ ਦਿੱਤੀ ਹੋਈ ਹੈ ਤਾਂ ਉਹਦਾ ਰੈਂਟ ਆਉਂਦਾ, ਰੈਂਟ ਰਿਸੀਵਡ। ਆਪਾਂ ਕਿਸੇ ਪਰਸਨ ਨੂੰ ਕੁਛ ਅਮਾਊਂਟ ਕੁਛ ਦਿੱਤੀ ਹੋਈ ਹੈ, ਲੈਂਡ ਕੀਤੀ ਹੋਈ ਹੈ, ਉਹਦਾ ਆਪਾਂ ਨੂੰ ਇੰਟਰਸਟ ਆ ਰਿਹਾ, ਇੰਟਰਸਟ ਰਿਸੀਵਡ, ਕਮਿਸ਼ਨ ਰਿਸੀਵਡ। ਜਿਹੜੀ ਆਪਣੇ ਬਿਜ਼ਨਸ ਦੀ ਇਨਡਾਇਰੈਕਟ ਇਨਕਮ ਹੋਏਗੀ ਉਹਨੂੰ ਆਪਾਂ ਗ੍ਰੋਸ ਪ੍ਰੋਫਿਟ 'ਚ ਐਡ ਕਰਕੇ ਮਾਈਨਸ ਐਕਸਪੈਂਸਿਸ ਆਫ ਡੂਇੰਗ ਬਿਜ਼ਨਸ ਔਰ ਇਨਡਾਇਰੈਕਟ ਐਕਸਪੈਂਸਿਸ, ਇੰਜ ਆਪਣਾ ਕੀ ਆ ਜਾਏਗਾ ਨੈਟ ਪ੍ਰੋਫਿਟ। ਤੁਸੀਂ ਇਹ ਫਾਰਮੂਲਾਜ਼ ਨੋਟ ਕਰ ਲਓ, ਫਿਰ ਆਪਾਂ ਨੈਕਸਟ ਆਪਾਂ ਚੱਲਦੇ ਹਾਂ ਕੁਛ ਸਮਸ 'ਤੇ, ਸਮ ਸੋਲਵ ਕਰਕੇ ਦੇਖਦੇ ਹਾਂ। फर्स्ट क्वेश्चन करते हैं आप। फर्स्ट क्वेश्चन है ओपनिंग स्टॉक, $5,000, परचेजेस 35,000, डायरेक्ट एक्सपेंसेस 2,000, क्लोजिंग स्टॉक 10,000। ਆਪਾਂ ਨੂੰ ਇਹ ਸਭ ਆਪਾਂ ਨੂੰ ਗਿਵਨ ਹੈ, ਫਾइंड ਕੀ ਕਰਨਾ ਹੈ, ਫਾइंड कॉस्ट ऑफ गुड्स सोल्ड। जो आप पहला सब तो पहला जो फॉर्मूला किया है वही फॉर्मूला लगेगा, इनका सॉल्यूशन की होएगा ओपनिंग स्टॉक प्लस परचेजेस प्लस डायरेक्ट एक्सपेंसेस माइनस क्लोजिंग स्टॉक। ये फॉर्मूला आप किया सी, सब तो फर्स्ट फॉर्मूला कैसे यही किया सी, ओपनिंग स्टॉक अपने को कितना है 5,000 प्लस परचेजेस 35,000, डायरेक्ट एक्सपेंसेस 2,000, क्लोजिंग स्टॉक 10,000। अब हम आप इनू सॉल्व करके अब निकाल लेंगे 5,000 40 42,000 माइनस 10,000 अपने को आ गया 32,000। ये अपने को क्या आ गया कॉस्ट ऑफ गुड्स सोल्ड।
ਹੁਣ ਕਈ ਵਾਰ ਐਗਜ਼ਾਮ 'ਚ ਕੀ ਹੁੰਦਾ ਹੈ, ਪੇਪਰ 'ਚ ਆਪਾਂ ਨੂੰ ਦੋ ਟਰਮਸ ਦਿੱਤੀਆਂ ਹੁੰਦੀਆਂ, ਇੱਕ ਹੁੰਦਾ ਹੈ ਪਰਚੇਜ਼ਸ, ਇੱਕ ਲਿਖਿਆ ਹੁੰਦਾ ਹੈ ਪਰਚੇਜ਼ਸ ਰਿਟਰਨ। ਜਦੋਂ ਵੀ ਐਗਜ਼ਾਮ ਵਿੱਚ ਪਰਚੇਜ਼ਸ ਤੇ ਪਰਚੇਜ਼ਸ ਰਿਟਰਨ ਲਿਖਿਆ ਹੋਏ ਜਾਂ ਸੇਲ ਐਂਡ ਸੇਲ ਰਿਟਰਨ, ਆਪਾਂ ਸਭ ਤੋਂ ਪਹਿਲੇ ਪਰਚੇਜ਼ਸ ਚੋਂ ਪਰਚੇਜ਼ਸ ਰਿਟਰਨ ਮਾਈਨਸ ਕਰਨਾ ਹੈ, ਸੇਲਸ ਵਿੱਚੋਂ ਸੇਲ ਰਿਟਰਨ ਮਾਈਨਸ ਕਰਨਾ ਹੈ। ਜਿਹੜੀ ਉਹ ਮਾਈਨਸ ਕਰਕੇ ਜਿਹੜੀ ਫਿਗਰ ਆਏਗੀ ਆਪਾਂ ਉਹ ਅਕਾਊਂਟ ਕਰਨੀ ਹੈ। ਲਾਈਕ ਪਰਚੇਜ਼ਸ ਆਪਾਂ ਦਿੱਤਾ 1 ਲੱਖ, ਪਰਚੇਜ਼ਸ ਰਿਟਰਨ ਕਿੰਨੀ ਹੈ 20,000, ਆਪਾਂ ਇਹਨਾਂ ਨੂੰ ਲੈਸ ਕਰਕੇ 80,000 ਜਿਹੜੀ ਆਹ ਫਿਗਰ ਹੈ ਇਹ ਆਪਾਂ ਯੂਜ਼ ਕਰਨੀ ਹੈ ਫਾਰਮੂਲਾ 'ਚ। ਜੇ ਆਪਾਂ ਕਾਸਟ ਆਫ ਗੁੱਡਸ ਸੋਲਡ ਦਾ ਆਪਾਂ ਫਾਰਮੂਲਾ ਲਗਾਇਆ ਉਹ ਜੇ ਆਪਾਂ ਆਹ ਫਿਗਰ ਯੂਜ਼ ਕਰਨੀ ਹੈ, ਪਰਚੇਜ਼ਸ ਤੋਂ ਪਰਚੇਜ਼ਸ ਰਿਟਰਨ ਲੈਸ ਕਰਕੇ। ਜੇ ਸੇਲਸ ਤੇ ਸੇਲ ਰਿਟਰਨ ਦਿੱਤਾ ਹੈ ਪਹਿਲੇ ਇਹਨਾਂ ਨੂੰ ਮਾਈਨਸ ਕਰਾਂਗੇ, ਜੇ ਉਹ ਜਿਹੜੀ ਫਿਗਰ ਆਈ ਆਪਾਂ ਉਹ ਲੈਣੀ ਹੈ। ਇਹਨੂੰ ਕੀ ਕਹਿੰਦੇ ਆਪਾਂ ਨਾ, ਨੈਟ ਪਰਚੇਜ਼ਸ। ਟੋਟਲ ਪਰਚੇਜ਼ਸ ਚੋਂ ਆਪਾਂ ਪਰਚੇਜ਼ਸ ਰਿਟਰਨ ਮਾਈਨਸ ਕਰਕੇ ਜਿਹੜੀ ਆਹ ਫਿਗਰ ਆਉਂਦੀ ਇਹਨੂੰ ਆਪਾਂ ਕਹਿੰਦੇ ਨੈਟ ਪਰਚੇਜ਼ਸ। ਲਾਈਕ ਆਪਣੀ ਸੇਲ ਹੈ 5 ਲੱਖ, अपने सेल रिटर्न है 50,000, इन्हों माइनस करके 4,50,000 आप ये फिगर काउंट करांगे हर फॉर्मूले इन्हों आप कहते हैं नैट सेल्स। ये चीज़ बहुत इंपॉर्टेंट है, ये तुसीं अपने माइंड च रखनी है। कोई एग्जामिनर कई बार स्टूडेंट्स को कन्फ्यूज़ करने लई दोनों ही टर्म्स लगा देंदा है। ਇਹ ਸੀ ਕੁਝ ਫਾਰਮੂਲਾਜ਼, ਇਹ ਆਪਾਂ ਹੁਣ ਨੈਕਸਟ ਲੈਕਚਰ ਵਿੱਚ ਇਹਦੇ ਕੁਝ ਹੋਰ ਕੁਐਸਚਨ ਸੋਲਵ ਕਰਾਂਗੇ। ਤੁਸੀਂ ਉਦੋਂ ਤੱਕ ਸਿਰਫ ਇਹ ਫਾਰਮੂਲਾਜ਼ ਦੇ ਨਾਲ ਤੁਸੀਂ ਫਾਰਮੂਲਾਜ਼ ਚੰਗੀ ਤਰ੍ਹਾਂ ਤੁਸੀਂ ਰਿਵਾਈਜ਼ ਕਰੋ ਤੇ ਆਪਣੇ ਜੋ ਵੀ ਕੁਐਸਚਨਸ ਨੇ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੀ, ਤੁਸੀਂ ਉਹ ਤੋਂ ਆਪਣੀ ਪ੍ਰੈਕਟਿਸ ਕਰ ਸਕਦੇ ਹੋ। ਥੈਂਕ ਯੂ।